ਅਸਾਂਭੇ ਉਥੈ ਜਾਣਾ, ਅਸਾਂਭੇ ਉਥੈ ਜਾਣਾ। ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਸੰਗ ਚੱਲ ਰਿਹਾ ਸੀ ਭੁਜੰਗ ਅਤੇ ਭੁਜੰਗਨ ਨੂੰ ਸਿੱਖਿਆ। ਆਓ ਅੱਗੋਂ ਫਿਰ ਸ਼ੁਰੂ ਕਰੀਏ। ਸਾਚ ਸੀਲ ਸਚ ਸੰਜਮੀ, ਸਾ ਪੂਰੇ ਪਰਵਾਰ। ਨਾਨਕ ਅਹਨਿਸ ਸਦਾ ਭਲੇ, ਪਿਰ ਕੈ ਹੇਤ ਪਿਆਰ। ਝੂਠ ਬੋਲਣ ਵਾਲੀ ਪਤੀ ਨੂੰ ਨਹੀਂ ਪਾਉਂਦੀ। ਪਿਰ ਘਰ ਸੋਹੈ ਨਾਰ, ਜੇ ਪਿਰ ਭਾਵੈ ਜੀਓ। ਝੂਠੇ ਵੈਣ ਚਵੇ, ਕਾਮ ਨ ਆਵੈ ਜੀਓ। ਝੂਠ ਅਲਾਵੈ, ਕਾਮ ਨ ਆਵੈ, ਨਾ ਪਿਰ ਦੇਖੈ ਨੈਣੀ। ਅਵਗੁਣ ਯਾਰੀ ਕੰਤ ਵਿਸਾਰੀ, ਛੋਟੀ ਵਿਦਣ ਰਹਿਣੀ। ਕਈ ਬੀਬੀਆਂ ਗਹਿਣਿਆਂ ਦੀ ਸੁੰਦਰਤਾ ਦਿਖਾ ਕੇ ਪਤੀ ਨੂੰ ਪ੍ਰਸੰਨ ਕਰਨ ਦਾ ਨਿਰਾਰਥ ਯਤਨ ਕਰਦੀਆਂ ਰਹਿੰਦੀਆਂ ਹਨ, ਪਰ ਗਹਿਣੇ ਗੁਲਾਮੀ ਦੀ ਨਿਸ਼ਾਨੀ ਹਨ। ਜੋ ਪਸ਼ੂ ਰੱਖਿਆ ਹੋਵੇ ਉਸ ਨੂੰ ਨੱਥ ਰੱਸੇ ਪਾ ਕੇ ਬੰਨ੍ਹਿਆ ਜਾਂਦਾ ਹੈ, ਪਰ ਜੋ ਆਜ਼ਾਦ ਹੋਵੇ ਉਸ ਦੇ ਕੁਝ ਨਹੀਂ ਹੁੰਦਾ। ਜਦੋਂ ਮੁਸਲਮਾਨ ਹਿੰਦੂਆਂ ਦੀਆਂ ਲੜਕੀਆਂ ਫੜ ਕੇ ਲਿਜਾਂਦੇ ਤਾਂ ਆਪਣੇ ਦੇਸ਼ ਵਿੱਚ ਲਿਜਾ ਕੇ ਲੋਹੇ ਦੇ ਛੱਲੇ ਕੰਨਾਂ ਨੱਕਾਂ ਵਿੱਚ ਪਾਉਂਦੇ। ਇਹ ਗੁਲਾਮੀ ਦੀ ਨਿਸ਼ਾਨੀ ਸੀ। ਹੌਲੀ ਹੌਲੀ ਲੋਕਾਂ ਦੇ ਸੁਭਾਅ ਪੈਣ ਤੇ ਸੋਨੇ ਦੇ ਇੱਕ ਤਗਮੇ ਬਣਾ ਕੇ ਪਾਉਣ ਲੱਗ ਪਏ। ਸੋ ਇਸੇ ਪ੍ਰਕਾਰ ਤੀਆਂ ਸਾਵੇਂ ਦੀ ਕੁਰੀਤੀ ਇਹ ਵੀ ਮੁਸਲਮਾਨਾਂ ਨੇ ਹੀ ਤੋਰੀ ਹੈ। ਗਹਿਣੇ ਪਾ ਕੇ ਇਸਤਰੀਆਂ ਨੇ ਜਾਣਾ, ਗੰਦੀਆਂ ਬੋਲੀਆਂ ਪਾਉਣੀਆਂ ਅਤੇ ਨਾਚ ਕਰਨਾ। ਮੁਸਲਮਾਨ ਉਥੋਂ ਸੁੰਦਰ ਸੁੰਦਰ ਲੜਕੀਆਂ ਫੜ ਕੇ ਲੈ ਜਾਂਦੇ ਸਨ। ਉਹੋ ਹੀ ਦੁਰਾਚਾਰੀ ਰੀਤੀ ਸਾਡੇ ਦੇਸ਼ ਵਿੱਚ ਅਜੇ ਵੀ ਕਿਤੇ ਕਿਤੇ ਪ੍ਰਚਲਿਤ ਹੈ, ਜਿਸ ਵਿੱਚ ਲੜਕੀਆਂ ਸਾਵਣ ਦੇ ਮਹੀਨੇ ਇਕੱਠੀਆਂ ਹੋ ਕੇ ਨੱਚਦੀਆਂ ਟੱਪਦੀਆਂ, ਗੰਦੇ ਗੀਤ ਤੇ ਬੋਲੀਆਂ ਪਾਉਂਦੀਆਂ ਹਨ। ਉੱਥੇ ਹੀ ਕਈ ਜਾ ਕੇ ਸੁਣਦੇ ਅਤੇ ਦੇਖਦੇ ਹਨ। ਇਹ ਕੁਰੀਤੀ ਬੜੀ ਸ਼ਰਮਸਾਰ ਹੈ, ਜੋ ਕਿ ਸਾਡੇ ਮੱਥੇ ਤੇ ਭਾਰੀ ਕਲੰਕ ਹੈ, ਜਿਸ ਨੂੰ ਹਟਾਉਣਾ ਬੜਾ ਹੀ ਜ਼ਰੂਰੀ ਹੈ। ਸ਼ੁਭ ਗੁਣ ਹੀ ਗਹਿਣੇ ਹਨ, ਜਿਨ੍ਹਾਂ ਦੇ ਧਾਰਨ ਤੋਂ ਲੋਕ ਪਰਲੋਕ ਵਿੱਚ ਮੁੱਖ ਉਜਲਾ ਹੁੰਦਾ ਹੈ। ਜੈਸੇ ਮਨ ਮੋਤੀ ਜੇ ਗਹਿਣਾ ਹੋਵੈ, ਪਾਵਨ ਹੋਵੈ ਸੂਤ ਧਾਰੀ। ਖਿਮਾ ਸਿਗਾਰ ਕਾਮਣ ਤਨ ਪਹਿਰੈ, ਰਾਵੈ ਲਾਲ ਪਿਆਰੀ। ਭਰਤਾ ਕਹੈ ਸੋ ਮਾਨੀਐ, ਇਹੋ ਸਿਗਾਰ ਬਣਾਏ ਰੀ। ਸਗਲ ਗੁਣਾ ਗੁਣ ਉਤਮੋ, ਭਰਤਾ ਦੂਰ ਨਾ ਪੇਖਰੀ। ਜਨ ਨਾਨਕ ਅੰਤਵਾਰ ਨਾਮ ਗਹਿਣਾ। ਸਾਡੀ ਮਾਤਾ ਗੰਗਾ ਜੀ ਦੇ ਬੇਨਤੀ ਕਰਨ ਤੋਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ 52 ਅੱਖਰੀ ਗੁਰਬਾਣੀ ਦਾ ਪਹਿਲਾ ਤੇ ਸਮਾਪਤੀ ਦਾ ਇੱਕੋ ਹੀ ਸ਼ਲੋਕ ਉਚਾਰਿਆ ਹੈ। ਸੋ ਲੋਕ ਪਰਲੋਕ ਵਿੱਚ ਨਾਲ ਰਹਿਣ ਵਾਲਾ ਹੈ। ਜਿਵੇਂ ਪੱਟੀ ਵਾਲੇ ਰਾਜੇ ਦੁਨੀ ਚੰਦ ਦੀ ਲੜਕੀ ਬੀਬੀ ਰਾਜ ਕੌਰ ਨੇ ਆਪਣੇ ਪਿੰਗਲੇ ਪਤੀ ਦੀ ਪਰਮੇਸ਼ਰ ਰੂਪ ਜਾਣ ਕੇ ਸੇਵਾ ਕੀਤੀ, ਸਤਿਗੁਰੂ ਜੀ ਨੇ ਉਸ ਦੇ ਸੱਤ ਨੂੰ ਭਾਗ ਲਾਇਆ। ਅੰਮ੍ਰਿਤਸਰ ਸਾਹਿਬ ਜਾ ਕੇ ਦੁੱਖ ਭੰਜਣੀ ਬੇਰੀ ਵਾਲੀ ਜਗ੍ਹਾ ਕਾਂ ਹੰਸ ਬਣਦੇ ਦੇਖ ਕੇ ਉਸੇ ਛੱਪੜੀ ਵਿੱਚ ਪਿੰਗਲਾ ਇਸ਼ਨਾਨ ਕਰਕੇ ਕੰਚਨ ਵੱਤ ਦੇਹੀ ਵਾਲਾ ਬਣ ਗਿਆ। ਉਸ ਦੇ ਸਿਦਕ ਨੂੰ ਭਾਗ ਲੱਗਾ। ਜਿਸ ਬੀਬੀ ਦੀ ਅਵਸਥਾ ਐਸੀ ਬਣ ਚੁੱਕੀ ਸੀ, ਧਣੀ ਵਿਹੂਣਾ ਪਾਟ ਪਟੰਬਰ, ਭਾਹੀ ਸੇਤੀ ਜਾਲੇ। ਧੂੜੀ ਵਿੱਚ ਲੁੜੰਦੜੀ ਸੌਹਾਂ, ਨਾਨਕ ਤੈ ਸਹਿ ਨਾਲੇ। ਬੀਬੀ ਵੀਰੋ ਜੀ ਦੇ ਆਨੰਦ ਕਾਰਜ ਸਮੇਂ ਝਬਾਲ ਪਿੰਡ ਪਹੁੰਚ ਗਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਦਮੋਦਰੀ ਜੀ ਦਾ ਬੀਬੀ ਪ੍ਰਤੀ ਸ਼ੁਭ ਉਪਦੇਸ਼ ਸਤਿਗੁਰੂ ਪਿਤਾ ਜੀ ਵੱਲੋਂ
चौपई। सुन बीबी मैं तुझे सुनाऊं, पत की महिमा कहें तक गाऊं। पति सेव की सेवा सफली, पत बिन और करै सब निफली। या ते पत की सेव करीजै, पाद पखार सुपान करीजै। गुर जन की इज्जत बहु करनी, सास सेव रिद माहे सुतरनी। माता जी ਵੱਲੋਂ ਚੌਪਈ। ਸੁਨ ਪੁੱਤਰੀ ਪ੍ਰਾਨਨ ਤੇ ਪਿਆਰੀ, ਜਿਸ ਤੇ ਬੈਸ ਬਿਤੈ ਸੁਖਕਾਰੀ। ਕੁਲ ਕੀ ਬਾਤ ਚਿਤ में ਧਰਨੀ, खोटी संगत नहीं सो करनी। प्राता उठ कर मज्जन करियो, गुरबानी को मुख ते ररियो। पुनः और व्यवहार जो होई, भले संभालो नेके सोई। मोह डिग उपालंब, मोह डिग उपालंब नहीं आवे। ऐसी भांत सर्व सुख पावे। सिरे गुरबिलास ਪਾਤਸ਼ਾਹੀ ਛੇਵੀਂ। ਬੇਬੀ ਲਈ ਇਹ ਜ਼ਰੂਰੀ ਹੈ ਕਿ ਇਸ ਸਿੱਖਿਆ ਨੂੰ ਗ੍ਰਹਿਣ ਕਰਕੇ ਘਰ ਦੀ ਹਰ ਵਸਤੂ ਨੂੰ ਸੰਭਾਲ ਕੇ ਰੱਖਣਾ ਹੈ। ਹੱਠੀ ਭੱਠੀ ਤੇ ਕਮਾਈ ਨਹੀਂ ਰੋੜਨੀ, ਅਮਾਨਤ ਵਿੱਚ ਖਿਆਨਤ ਨਹੀਂ ਕਰਨੀ। ਸੱਚਾ ਖਜ਼ਾਨਚੀ ਬਣ ਕੇ ਘਰ ਦੇ ਪ੍ਰਬੰਧ ਨੂੰ ਸੰਭਾਲਣਾ ਹੈ। ਸਾਰੇ ਕੰਮ ਨੂੰ ਸੁਚੱਜੇ ਢੰਗ ਨਾਲ ਚਲਾਉਣਾ ਹੈ। ਸਹੁਰੇ ਘਰ ਜਾ ਕੇ ਆਪਣੇ ਮਾਤਾ ਪਿਤਾ, ਭੈਣਾਂ ਭਰਾਵਾਂ ਅਤੇ ਨਾਨਕਿਆਂ ਦੀ ਇੱਜ਼ਤ ਵਧਾਉਣੀ ਹੈ। ਸਦਾ ਸ਼ਰਮ, ਲੱਜਾ, ਨਿਮਰਤਾ ਦਾ ਹੀ ਘੁੰਡ ਰੱਖਣਾ। ਮਾਪਿਆਂ ਦੇ ਘਰ ਨਾਲੋਂ ਹੁਣ ਸਹੁਰੇ ਘਰ ਨੂੰ ਉੱਚਾ ਮੰਨ ਕੇ ਉਸ ਦੀ ਤਰੱਕੀ ਕਰਨੀ। ਸਹੁਰੇ ਘਰ ਸੇਵਾਦਾਰ ਬਣ ਕੇ ਸੱਚਾ ਮਾਣ ਪ੍ਰਾਪਤ ਕਰਨਾ। ਪਤੀ ਦੀ ਆਗਿਆ ਤੋਂ ਬਿਨਾਂ ਕਿਧਰੇ ਨਹੀਂ ਜਾਣਾ। ਲੋਕਾਂ ਦੇ ਕੋਲ ਜਾ ਕੇ ਆਪਣੇ ਘਰ ਦਾ ਭੇਤ ਨਹੀਂ ਦੇਣਾ। ਘਰ ਘਰ ਜਾ ਕੇ ਕਿਸੇ ਪ੍ਰਕਾਰ ਦੀ ਚੁਗਲੀ ਨਿੰਦਿਆ ਨਹੀਂ ਕਰਨੀ। ਖੋਟੀ ਸੰਗਤ ਤੋਂ ਬਚ ਕੇ ਗੁਰਮਤ ਵਿੱਚ ਪਰਪੱਕ ਰਹਿਣਾ। ਟੂਣੇ ਟਾਮਣ ਧਾਗੇ ਤਵੀਤ, ਮੜੀ ਮਸਾਣੀ ਭੈਰੋਂ ਭੂਤ ਦੇਵੀ ਦੇਵਤਿਆਂ ਦੇ ਵਹਿਮ ਵਿੱਚ ਨਹੀਂ ਫਸਣਾ। ਹਮੇਸ਼ਾ ਸਤਿਗੁਰੂ ਜੀ ਦੇ ਭਰੋਸਾ ਰੱਖਣਾ ਤੇ ਸਦਾ ਇਸ ਸਿੱਖਿਆ ਦੇ ਧਾਰਨੀ ਹੋਣਾ ਹੈ। ਤਾਂ ਹੀ ਸਤਿਗੁਰੂ ਮਹਾਰਾਜ ਜੀ ਖੁਸ਼ ਹੋਣਗੇ। ਨਿਵਣ ਸੋ ਅੱਖਰ ਖਾਵਣ ਗੁਣ, ਜਿਹਬਾ ਮਣੀਆਂ ਮੰਤ। ਇਹ ਤ੍ਰੈ ਭੈਣੇ ਵੇਸ ਕਰ, ਤਾਂ ਬਸ ਆਵੀ ਕੰਤ। ਉਪਰੋਕਤ ਤਿੰਨ ਵੇਸ ਹੇ ਭੈਣ ਧਾਰਨ ਕਰ। ਨਿਮਰਤਾ ਸਹਾਰਨਾ, ਮਿੱਠਾ ਬੋਲਣਾ, ਤਾਂ ਦੁਨਿਆਵੀ ਪਤੀ ਵੀ ਤੇ ਪਰਮੇਸ਼ਰ ਪਤੀ ਵੀ ਵਸ ਆ ਜਾਵੇਗਾ। ਦਿਲ ਦੀ ਸਫਾਈ ਦਾ ਹੀ ਵੇਸ ਹੋਣਾ ਚਾਹੀਦਾ। ਉਹੀ ਇਸਤਰੀ ਘਰ ਵਿੱਚ ਪ੍ਰਮਾਣਿਕ ਸਤਿਕਾਰਯੋਗ ਮੰਨੀ ਜਾਂਦੀ ਹੈ, ਜਿਸ ਵਿੱਚ ਇਹ ਗੁਣ ਹੋਣ। ਸੋ ਗੁਰੂ ਪਿਆਰੇ ਸਾਧ ਸੰਗਤ ਜੀ, ਇਹ ਪ੍ਰਸੰਗ ਅੱਜ ਇੱਥੇ ਹੀ ਖਤਮ। ਅਗਲਾ ਪ੍ਰਸੰਗ ਆਵੇਗਾ ਅੰਤਮ ਸੰਸਕਾਰ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰਸੰਗ ਹੈ ਅੰਤਮ ਸੰਸਕਾਰ। ਆਓ ਸ਼ੁਰੂ ਕਰੀਏ। ਸਭਨਾ ਮਰਣਾ ਆਇਆ, ਵੇ ਛੋੜਾ ਸਭਨਾਹ। ਇੱਕ ਹੋਏ ਅਸਵਾਰ, ਇੱਕ ਨਾ ਸਾਖਤੀ। ਇੱਕ ਨੀ ਬੱਧੇ ਭਾਰ, ਇੱਕ ਨਾ ਤਾਖਤੀ। ਇੱਕ ਨੀ ਲੱਦਿਆ, ਇੱਕ ਲੱਦ ਚੱਲੇ। ਇੱਕ ਨੀ ਬੱਧੇ ਭਾਰ, ਇੱਕ ਨਾ ਹੋਈ ਸਾਖਤੀ। ਇੱਕ ਨਾ ਹੋਈ ਸਾਰ। ਲਸਕਰ ਸਣੈ ਦਮਾਮਿਆਂ, ਛੁੱਟੇ ਬੰਕ ਦੁਆਰ। ਨਾਨਕ ਢੇਰੀ ਸ਼ਾਰ ਕੀ, ਪੀ ਫਿਰ ਹੋਈ ਸ਼ਾਰ। ਇਹ ਦੁਨੀਆ ਜਿਸ ਦਾ ਦੂਜਾ ਨਾਮ ਜਗਤ ਜਾਂ ਸੰਸਾਰ ਹੈ, ਜਿਸ ਦੀਆਂ ਦੋ ਨੀਹਾਂ ਹਨ, ਇੱਕ ਜੰਮਣ ਦੀ, ਇੱਕ ਮਰਨ ਦੀ। ਸਗੋਂ ਜਿਸ ਦੀ ਮਰਨ ਦੀ ਨੀਂਹ ਪਹਿਲਾਂ ਰੱਖੀ ਜਾਵੇ, ਜਿੱਤ ਦਿਹਾੜੈ ਧਨਵਰੀ, ਸਾਹੇ ਲਏ ਲਿਖਾਏ। ਕਿਰਿਆਮਾਨ ਕਰਮਾਂ ਤੋਂ ਸੰਚਤ ਬਣੇ, ਉਹਨਾਂ ਤੋਂ ਅੱਗੇ
ਪ੍ਰਾਰਬਧ ਬਣੀ ਉਹ ਮੱਥੇ ਤੇ ਅਗੰਮੀ ਕਲਮ ਦੁਆਰਾ ਪਰਮੇਸ਼ਰ ਨੇ ਲਿਖ ਦਿੱਤੀ। ਲਿਖਦਾਰ ਜੋਤ ਵਡਿਆਈ ngਣ ਘਾਲੇ ਸਭ ਦਿਵਸ ਸਾਸ ਨਹਿ ਬੜਨ ਘਟਨ ਤਿਲ ਸਾਰ। ਜਿੰਨੇ ਸਾਲ ਮਹੀਨੇ ਦਿਨ ਘੜੀ ਪਲ ਸਵਾਸ ਜਿਉਣਾ ਹੈ, ਜਿੰਨੀ ਦਾਤ ਬੁੱਧੀ ਪ੍ਰਤਾਪ ਵਡਿਆਈ ਵਿਦਿਆ ਧਨ ਪਦਾਰਥ ਪ੍ਰਾਪਤ ਹੋਣਾ ਹੋਵੇ, ਉਹ ਮੱਥੇ ਤੇ ਲਿਖ ਕੇ ਮੌਤ ਦਾ ਦਿਨ ਲਿਖ ਕੇ ਫਿਰ ਜੀਵ ਨੂੰ ਸੰਸਾਰ ਵਿੱਚ ਪਰਮੇਸ਼ਰ ਭੇਜਦਾ ਹੈ। ਮਰਨ ਲਿਖਾਏ ਮੰਡਲ ਮਹਿ ਆਏ। ਮਰਨ ਦੀ ਨੀਂਹ ਪਹਿਲਾਂ ਰੱਖ ਕੇ ਫਿਰ ਜੰਮਣ ਦੀ ਨੀਂਹ ਪਰਮੇਸ਼ਰ ਰੱਖਦਾ ਹੈ। ਇਸ ਵਾਸਤੇ ਇਸ ਦਾ ਨਾਮ ਦੁਨੀਆ ਹੈ। ਦੂਸਰਾ ਇਸ ਦਾ ਨਾਮ ਜਗਤ। ਜੱਜੇ ਤੋਂ ਉਤਪਤ ਭਾਵ ਪੈਦਾ ਤੇ ਗਤ ਭਾਵ ਨਾਸ਼ ਹੋਣ ਵਾਲਾ। ਸੋ ਜੋ ਜਨਮੈ ਸੋ ਜਾਨਹੁ ਮੂਆ। ਜੋ ਜਨਮਿਆ ਹੈ ਉਸ ਨੇ ਮਰਨਾ ਜ਼ਰੂਰ ਹੈ, ਜੋ ਘੜਿਆ ਹੈ ਸੋ ਭੱਜਣਾ ਹੈ। ਤੀਸਰਾ ਇਸ ਦਾ ਨਾਮ ਸੰਸਾਰ। ਜੋ ਪ੍ਰਣਮ ਭਾਵ ਨੂੰ ਪ੍ਰਾਪਤ ਹੋਵੇ ਭਾਵ ਬਦਲਦਾ ਜਾਵੇ, ਇੱਕ ਰਸ ਨਾ ਰਹੇ। ਭਾਵ ਨਾਸ਼ ਨੂੰ ਪ੍ਰਾਪਤ ਹੋਣ ਵਾਲਾ। ਪਹਿਲਾਂ ਬਾਲਕ, ਫਿਰ ਕਿਸ਼ੋਰ, ਫਿਰ ਜਵਾਨ ਅਵਸਥਾ, ਫਿਰ ਬੁਢੇਪਾ, ਬਿਰਧ ਤੇ ਅੰਤ ਨੂੰ ਸਮਾਪਤੀ। ਸੋ ਜੋ ਵੀ ਸੰਸਾਰ ਵਿੱਚ ਜਨਮ ਧਾਰ ਕੇ ਆਇਆ, ਉਸ ਨੇ ਪ੍ਰਾਰਬਧ ਦੀ ਸਮਾਪਤੀ ਤੋਂ ਮਰਨਾ ਜ਼ਰੂਰ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਐ। ਰਾਣਾ ਰਾਓ ਨਾ ਕੋ ਰਹੈ, ਰੰਗ ਨਾ ਤੁੰਗ ਫਕੀਰ। ਵਾਰੀ ਆਪੋ ਆਪਣੀ, ਕੋਏ ਨਾ ਬੰਧੈ ਧੀਰ। ਪੌੜੀ ਰਾਜੇ ਰਈਅਤ ਸਿਕਦਾਰ, ਕੋਏ ਨਾ ਰਹਸਿਓ। ਹਟ ਪਟਣ ਬਾਜ਼ਾਰ, ਹੁਕਮੀ ਟਹਿਸਿਓ। ਪੱਕੇ ਬੰਕ ਦੁਆਰ, ਮੂਰਖ ਜਾਣੈ ਆਪਣੇ। ਦਰਬ ਭਰੇ ਭੰਡਾਰ, ਰੇਤੇ ਇੱਕ ਖਣੇ। ਤਾਜੀ ਰਥ ਤੁਖਾਰ, ਹਾਥੀ ਪਾਖਰੇ। ਬਾਗ ਮਿਲਖ ਘਰ ਬਾਰ, ਕਿੱਥੈ ਸੇ ਆਪਣੇ। ਤੰਬੂ ਪਲੰਗ ਨਿਵਾਰ, ਸਰਾਇਚੇ ਲਾਲਤੀ। ਨਾਨਕ ਸੱਚ ਦਾ ਤਾਰ, ਸਿਨਾਖਤ ਕੁਦਰਤੀ। ਰਾਹੀ ਦੀ ਮੁਸਾਫਰ ਖਾਨੇ, ਬ੍ਰਿਛ ਤੇ ਪੰਛੀ ਦੀ। ਬੇੜੀ ਦੇ ਪੂਰ, ਬੱਦਲ ਦੀ ਛਾਂ। ਧੂਏ ਦੇ ਬੱਦਲ, ਰਾਤ ਦੇ ਸੁਪਨੇ। ਬ੍ਰਿਛ ਦੀ ਛਾਂ। ਇਹ ਤਰ੍ਹਾਂ ਇਹ ਸੰਸਾਰ ਨਾਸ਼ਵੰਤ ਹੈ। ਇਸ ਵਿੱਚ ਗਰੀਬ ਅਮੀਰ, ਰਾਜਾ ਪ੍ਰਜਾ, ਧਨੰਤਰ ਵਰਗੇ ਵੈਦ, ਅਫਲਾਤੂ ਵਰਗੇ ਫਿਲਾਸਫਰ, ਹਰਨਾਕਸ ਵਰਗੇ ਵਾਰ ਲੈਣ ਵਾਲੇ, ਰਾਵਣ ਵਰਗੇ ਵੱਡ ਪਰਵਾਰੀ, ਕਾਲ ਨੂੰ ਪਾਵਿਆਂ ਨਾਲ ਬੰਨਣ ਵਾਲੇ। ਰਾਵਣ ਸੇ ਮਹਿ ਰਾਵਣ ਸੇ, ਘਟ ਕਾਨੋ ਸੇ ਪਲ ਬੀਚ ਪਛਾਰੇ। ਦਸਮ ਬਾਣੀ। ਵੱਡੇ ਵੱਡੇ ਪੈਗੰਬਰ ਅਵਤਾਰ ਵੀ ਸਮੇਂ ਆਏ ਤੋਂ ਪਰਲੋਕ ਨੂੰ ਚਲੇ ਗਏ। ਰਾਜਾ ਪਰਜਾ ਸਮਕਰ ਮਾਰੈ, ਐਸੋ ਕਾਲ ਬਡਾਨੀ ਰੇ। ਇੱਕ ਵਾਹਿਗੁਰੂ ਸਤਿਗੁਰੂ ਆਪ ਜਾਂ ਉਹਨਾਂ ਦੇ ਸਿਮਰਨ ਭਜਨ ਵਿੱਚ ਲੀਨ ਪਿਆਰੇ ਸਦਾ ਅਮਰ ਹਨ, ਹੋਰ ਸਭ ਕਾਲ ਦੇ ਅਧੀਨ ਹਨ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ। ਆਵਹਿ ਨ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਘਾਰੀ ਰੇ। ਮਰਨ ਤੋਂ ਮਗਰੋਂ ਉਸ ਜੀਵ ਦੇ ਕਲਿਆਣ ਵਾਸਤੇ ਵੱਖ-ਵੱਖ ਧਰਮਾਂ ਵਾਲੇ ਆਪੋ ਆਪਣੀ ਮਰਿਆਦਾ ਅਨੁਸਾਰ ਸਰੀਰ ਦੀ ਅੰਤਮ ਕਿਰਿਆ ਕਰਦੇ ਹਨ ਅਤੇ ਰੂਹ ਦੇ ਕਲਿਆਣ ਲਈ ਕਈ ਪ੍ਰਕਾਰ ਦੀਆਂ ਰਸਮਾਂ ਕਰਦੇ ਹਨ। ਜਿਸ ਤਰ੍ਹਾਂ ਹਿੰਦੂ ਤੇ ਸਿੱਖ ਮ੍ਰਿਤਕ ਸਰੀਰ ਨੂੰ ਚਿਖਾ ਵਿੱਚ ਸਾੜਦੇ ਹਨ, ਮੁਸਲਮਾਨ ਤੇ ਈਸਾਈ ਮੁਰਦਿਆਂ ਨੂੰ ਕਬਰਾਂ ਵਿੱਚ ਦਫਨਾਉਂਦੇ ਹਨ ਅਤੇ ਪਾਰਸੀ ਮੁਰਦਿਆਂ ਨੂੰ ਪੰਛੀਆਂ ਦੇ ਖਾਣ ਲਈ ਉੱਚੇ ਥਾਂ ਹਸਣ ਭਾਵ ਬਣੇ ਹੋਏ ਖੂਹ ਉੱਪਰ ਟੰਗ ਦਿੰਦੇ ਹਨ ਅਤੇ ਕਈ ਜਲ ਪ੍ਰਵਾਹ ਕਰ ਦਿੰਦੇ ਹਨ। ਪ੍ਰਾਣੀ ਦੀ ਰੂਹ ਦੀ ਸ਼ਾਂਤੀ ਲਈ ਹਿੰਦੂ ਲੋਕ ਸ਼ਰਾਧ, ਹੱਥ ਉੱਤੇ ਦੀਵਾ ਜਗਾਉਣਾ, ਗਿਆ ਜਾ ਕੇ ਪਿੰਡ ਭਰਾਉਣੇ,
ਆਦਿਕ ਕਿਰਿਆ ਕਰਦੇ ਹਨ। ਮੁਸਲਮਾਨ ਲੋਕ ਪ੍ਰਾਣੀ ਦੇ ਭਲੇ ਲਈ ਦੁਆ ਦੀ ਨਮਾਜ਼ ਪੜ੍ਹਦੇ ਹਨ। ਗੁਰਮਤਿ ਅਨੁਸਾਰ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਨ ਲੱਗੇ, ਜੇ ਉਹ ਅੰਮ੍ਰਿਤਧਾਰੀ ਹੈ, ਰਹਿਤ ਮਰਿਆਦਾ ਵਿੱਚ ਪਰਪੱਕ ਹੈ, ਫਿਰ ਤਾਂ ਬਹੁਤ ਹੀ ਚੰਗਾ ਹੈ। ਪਰ ਅੰਮ੍ਰਿਤ ਛਕ ਕੇ ਜੇ ਉਸ ਨੇ ਕੋਈ ਬੱਜਰ ਕੁਰੈਹਤ ਕੀਤੀ ਹੋਵੇ ਤਾਂ ਉਸ ਨੂੰ 5 ਪਿਆਰਿਆਂ ਤੋਂ ਫਿਰ ਅੰਮ੍ਰਿਤ ਛਕਾਉਣਾ ਚਾਹੀਦਾ ਹੈ। ਅੰਤਲੇ ਸਮੇਂ ਉਸ ਦੇ ਪਾਸ ਗੁਰਬਾਣੀ ਦਾ ਪਾਠ ਕਰਦੇ ਰਹਿਣਾ ਚਾਹੀਦਾ ਹੈ। ਜੇ ਕੋਈ ਆਦਮੀ ਬਹੁਤਾ ਸੰਸਾਰਕ ਧੰਦਿਆਂ ਵਿੱਚ ਫਸਿਆ ਹੋਵੇ ਤਾਂ ਉਸ ਕੋਲ ਸੁਖਮਨੀ ਸਾਹਿਬ ਦਾ ਪਾਠ, ਜੇ ਅਤਿਅੰਤ ਸਮਾਂ ਨੇੜੇ ਪ੍ਰਤੀਤ ਹੋਵੇ ਤਾਂ ਸੁਖਮਨੀ ਸਾਹਿਬ ਦੀ ਦੂਜੀ ਅਸ਼ਟਪਦੀ ਜਹ ਮਾਤ ਪਿਤਾ ਸੋ ਤਮੀਤ ਨ ਭਾਈ ਦਾ ਪਾਠ ਕਰੋ। ਅਤੇ ਜੇ ਬਜ਼ੁਰਗ ਹੋਵੇ, ਸਿਮਰਨ ਅਭਿਆਸ ਕਮਾਈ ਵਾਲਾ ਹੋਵੇ ਤਾਂ 21ਵੀਂ ਅਸ਼ਟਪਦੀ ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ ਦਾ ਪਾਠ ਸੁਣਾਉਣਾ ਚਾਹੀਦਾ ਹੈ। ਪ੍ਰਾਣੀ ਦੇ ਦੇਹ ਤਿਆਗਣ ਸਮੇਂ ਜਾਂ ਮਗਰੋਂ ਰੋਣਾ ਨਹੀਂ, ਧਾਹਾਂ ਨਹੀਂ ਮਾਰਨੀਆਂ, ਉਸ ਨੂੰ ਮੰਜੇ ਤੋਂ ਪੁੰਜੇ ਨਹੀਂ ਉਤਾਰਨਾ, ਸਗੋਂ ਗੁਰੂ ਕੀ ਬਾਣੀ ਦਾ ਜਿੰਨਾ ਪਾਠ ਹੋਵੇ ਕਰੋ। ਗੁਰਬਾਣੀ ਦਾ ਕੀਰਤਨ ਕਰਨਾ ਚਾਹੀਦਾ ਹੈ। ਕਈ ਮਨਮਤੀਏ ਲੋਕ ਪ੍ਰਾਣੀ ਦੇ ਦੇਹ ਛੱਡਣ ਤੋਂ, ਮੰਜੇ ਤੋਂ ਉਤਾਰ ਕੇ ਉਸ ਦੇ ਹੱਥ ਤੇ ਦੀਵਾ ਜਗਾਉਂਦੇ ਹਨ ਕਿ ਪਰਲੋਕ ਵਿੱਚ ਚਾਨਣ ਹੋਵੇਗਾ, ਪਰ ਉਹ ਤਾਂ ਹਵਾ ਚੱਲਣ ਤੋਂ ਝੱਟ ਉੱਥੇ ਹੀ ਬੁੱਝ ਜਾਂਦਾ ਹੈ। ਪਰਲੋਕ 'ਚ ਉਸ ਨੇ ਕੀ ਪ੍ਰਕਾਸ਼ ਕਰਨਾ ਹੈ। ਗੁਰਮਤਿ ਅਨੁਸਾਰ ਦੇਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਚੂਕਾ ਜਮ ਸਿਓ ਮੇਲ। ਸਤਿਗੁਰ ਸ਼ਬਦ ਉਜਾਰੋ ਦੀਪਾ, ਗੁਰੂ ਕਾ ਸ਼ਬਦ ਹੀ ਗੁਰਸਿੱਖਾਂ ਲਈ ਦੀਪਕ ਹੈ। ਜੋ ਡੋਲੇ ਵਾਓ ਨਾ ਵੱਡਾ ਹੋਏ, ਉਪਰੰਤ ਇਸ਼ਨਾਨ ਦਹੀਂ ਜਾਂ ਸਾਬਣ ਨਾਲ ਕਰਾਇਆ ਜਾਵੇ ਅਤੇ 5 ਕਕਾਰ ਸਰੀਰ ਤੋਂ ਦੂਰ ਨਹੀਂ ਕਰਨੇ। ਜੋ ਕੱਛ ਬਿਨਾ ਮ੍ਰਿਤ ਹੋਵੇ ਤੋ ਅਗਤੀ ਜਾਵੇ, ਕਿਉਂਕਿ ਸਿੰਘ ਕੋ ਕਹਾ ਹੈ ਏਕ ਪਹੁੰਚਾ ਨਿਚੋੜ ਕੇ ਏਕ ਪਾਵੈ। ਰਹਿਤ ਨਾਮਾ ਭਾਈ ਦਇਆ ਸਿੰਘ। ਸਿੱਖ ਮ੍ਰਿਤ ਹੋਏ ਤੋ ਕੱਛਾ ਪਹਿਰਾ ਕਰ, ਸਿੱਖ ਮ੍ਰਿਤ ਹੋਏ ਤੋ ਕੱਛ ਪਹਿਰਾ ਕਰ, ਇਸ਼ਨਾਨ ਕਰਾ ਕਰ, ਦਸਤਾਰ ਸਜਾ ਕਰ, ਉਸ ਸਮੇਂ ਜਪ ਜੀ ਪੜ੍ਹਤਾ ਰਹਿ। ਰਹਿਤ ਨਾਮਾ ਭਾਈ ਦਇਆ ਸਿੰਘ। ਇਸ਼ਨਾਨ ਕਰਾਉਂਦਿਆਂ ਹੋਇਆਂ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਦੇ ਰਹਿਣਾ ਅਤੇ ਮ੍ਰਿਤਕ ਦਾ ਕਸ਼ਹਿਰਾ ਬਦਲਦੇ ਸਮੇਂ ਇੱਕ ਪਹੁੰਚਾ ਉਤਾਰ ਕੇ ਦੂਸਰਾ ਪਹੁੰਚਾ ਪਾਇਆ ਜਾਵੇ ਤੇ 5 ਕਕਾਰ, ਗਾਤਰੇ ਕਿਰਪਾਨ, ਤੇੜ ਕਸ਼ਹਿਰਾ, ਗਲ ਵਿੱਚ ਕੁੜਤਾ ਚੋਲਾ, ਸਿਰ ਤੇ ਦਸਤਾਰ, ਗਲ ਵਿੱਚ ਭਰਨਾ ਤੇ ਕਮਰ ਕੱਸਾ ਕਰਕੇ ਦੂਸਰਾ ਕਸ਼ਹਿਰਾ ਭਰਨਾ ਸੁੱਕਾ ਲੈ ਕੇ ਲੱਕ ਨਾਲ ਬੰਨਣਾ। ਕੰਘਾ ਕੇਸਾਂ ਵਿੱਚ ਹੋਵੇ ਅਤੇ ਬਸਤਰ ਨਵੇਂ ਹੋਣੇ ਚਾਹੀਦੇ ਹਨ, ਚੰਗੀ ਤਰ੍ਹਾਂ ਸੀਤੇ ਹੋਣ। ਕਿਰਿਆ ਸਹਿਤ ਸਿੱਖ ਸੰਸਕਾਰੇ। ਸੰਸਕਾਰ ਕਰਨ ਜਾਣ ਦੀ ਤਿਆਰੀ ਕਰਦੇ ਸਮੇਂ ਪ੍ਰਾਣੀ ਦੀ ਦੇਹ ਨੂੰ ਬੇਬਾਨ ਰਾਹੀਂ ਗੁਰਦੁਆਰੇ ਸਾਹਿਬ ਲਿਜਾ ਕੇ ਉਸ ਦਾ ਸਿਰ ਗੁਰਦੁਆਰੇ ਸਾਹਿਬ ਵੱਲ ਕਰਕੇ ਅਤੇ ਸਿਰ ਵੱਲ ਖਲੋ ਕੇ ਮ੍ਰਿਤਕ ਪਾਸੋਂ ਹੋਈਆਂ ਭੁੱਲਾਂ ਅਤੇ ਗਲਤੀਆਂ ਬਖਸ਼ਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਕਮਲਾਂ ਵਿੱਚ ਅਰਦਾਸ ਕਰਨੀ ਹੈ। ਸ਼ਮਸ਼ਾਨ ਭੂਮੀ ਨੂੰ ਜਾਂਦਿਆਂ ਵਡਹੰਸ ਦੀ ਵਾਰ ਜਾਂ ਵੈਰਾਗਮਈ ਸ਼ਬਦਾਂ ਦਾ ਕੀਰਤਨ ਕਰਦੇ ਜਾਣਾ ਹੈ ਅਤੇ ਰਾਗੀ ਸਿੰਘ ਪੌੜੀ ਖਲੋ ਕੇ ਪੜਨ। ਮ੍ਰਿਤਕ ਦਾ ਸੀਸ ਅਗਲੇ ਪਾਸੇ ਹੋਵੇ, ਉਸ ਤੋਂ ਅੱਗੇ ਕੀਰਤਨੀਏ ਹੋਣੇ ਚਾਹੀਦੇ ਹਨ। ਰਸਤੇ ਅੱਧ ਮਾਰਗ ਵਿੱਚ ਬੇਬਾਨ ਰੱਖਣਾ, ਘੜੀ ਭੰਨਣੀ, ਰੋਣਾ ਪਿੱਟਣਾ, ਪਾਣੀ ਡੋਲਣਾ, ਤਿਨਕੇ ਤੋੜਨੇ, ਮੱਥਾ ਟੇਕਣਾ, ਕੋਈ ਭਾਂਡਾ ਰੇੜਨਾ ਆਦਿ ਸਭ ਮਨਮਤ ਹੈ। ਗੁਰਸਿੱਖਾਂ ਨੇ ਇਹ ਭੁੱਲ ਕੇ ਵੀ ਨਹੀਂ ਕਰਨਾ। ਕਰਮ ਧਰਮ ਪਾਖੰਡ ਜੋ ਦੀਸੇ, ਤਿਨ ਜਮ ਜਾਗਾਤੀ ਲੂਟੈ,
ਨਿਰਬਾਣ ਕੀਰਤਨ ਗਾਵਹੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਚਿਖਾ ਲੱਕੜਾਂ ਦੀ ਬਣਾਈ ਜਾਵੇ ਜਿਸ ਵਿੱਚ ਗੋਹੇ ਆਦਿ ਦੀ ਵਰਤੋਂ ਨਾ ਕੀਤੀ ਜਾਵੇ। ਹੋ ਸਕੇ ਤਾਂ ਚੰਦਨ ਦੀ ਲੱਕੜੀ ਤੇ ਦੇਸੀ ਘਿਓ ਵਿੱਚ ਪਾਇਆ ਜਾਵੇ। ਰਾਗੀ ਸਿੰਘ ਉੱਚੀ ਜਗ੍ਹਾ ਤੇ ਸਿਰਹਾਣੇ ਵੱਲ ਬੈਠ ਕੇ ਕੀਰਤਨ ਕਰਨ। ਮ੍ਰਿਤਕ ਦਾ ਸਰੀਰ ਚਿਖਾ ਤੇ ਰੱਖ ਕੇ ਇੱਕ ਸਿੰਘ ਜਪਜੀ ਸਾਹਿਬ ਦਾ ਪਾਠ ਸਿਰਹਾਣੇ ਵੱਲ ਖਲੋ ਕੇ ਕਰੇ ਅਤੇ ਬਾਕੀ ਦੇ ਚਿਖਾ ਸਵਾਰਨ। ਪਾਠ ਵੀ ਨਾਲ ਬੋਲ ਕੇ ਕਰਨ। ਪਾਠ ਕਰਨ ਮਗਰੋਂ ਅਰਦਾਸ ਕਰਕੇ ਚੰਡਾ ਲਾਇਆ ਜਾਵੇ। ਕੀਰਤਨ ਹੁੰਦਾ ਰਹੇ। ਜਦੋਂ ਸਰੀਰ ਦਾ ਅੱਧਾ ਸੰਸਕਾਰ ਹੋ ਜਾਵੇ, ਕੀਰਤਨ ਦੀ ਸਮਾਪਤੀ ਕਰਕੇ ਕੀਰਤਨ ਸੋਹਿਲਾ ਪੜ੍ਹਨਾ, ਸਿਰ ਦੀ ਖੋਪਰੀ ਭੰਨਣੀ, ਕਪਾਲ ਕਿਰਿਆ ਕਰਨੀ ਆਦਿ ਮਨਾ ਹੈ। ਸ਼ਮਸ਼ਾਨ ਭੂਮੀ ਵਿੱਚੋਂ ਸਿੱਧਾ ਗੁਰਦੁਆਰੇ ਸਾਹਿਬ ਪਹੁੰਚ ਕੇ ਇਸ਼ਨਾਨ ਕਰਨਾ ਚਾਹੀਦਾ ਹੈ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਲਿਆਂਦੀ ਜਾਵੇ। ਉਪਰੰਤ ਅਲਾਹਣੀਆਂ ਪੰਜੇ ਸ਼ਬਦ, ਸਾਰੇ ਸ਼ਬਦ, ਜਿਹਦੇ ਵਿੱਚ ਆਸਾ ਮਹੱਲਾ ਪਹਿਲਾ, ਦੇਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਅੰਗ 358 ਤੇ। ਦੂਜਾ ਸੂਹੀ ਮਹੱਲਾ ਪੰਜਵਾਂ, ਕਰਮ ਧਰਮ ਪਾਖੰਡ ਜੋ ਦੇਸੇ, ਤਿੰਨ ਜਮ ਜਾਗਾਤੀ ਲੂਟੈ, ਅੰਗ 747। ਤੀਜੇ ਮਾਰੂ ਮਹੱਲਾ ਪੰਜਵਾਂ, ਖੋਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ, ਅੰਗ 1000। ਇਹ ਸਾਰੇ ਸ਼ਬਦ ਕੀਰਤਨ ਸੋਹਿਲਾ ਉਪਰੰਤ ਆਨੰਦ ਸਾਹਿਬ ਦੀਆਂ 5 ਪੌੜੀਆਂ ਦਾ ਪਾਠ ਪੜ੍ਹ ਕੇ ਅਰਦਾਸ ਕਰਕੇ ਦੇਗ ਵਰਤਾਈ ਜਾਵੇ। ਸਵਈਆ ਮੂਏ ਹੀ ਸਿੱਖ ਬਾਂਧਵ ਕੋ, ਨਿਤ ਰੋਵੇ ਨਾਹੇ, ਕੜਾਹ ਕਰਵਾਵੇ, ਆਨੰਦ ਪੜੈ ਸਭ ਸ਼ੋਕ ਤਜਹਿ ਸਿੱਖ, ਪੇਟੈ ਨਾਰਨਾ ਸ਼ਬਦ ਪੜਾਵੇ, ਸੰਤ ਸਮੂਹਨ ਸਿੱਖਨ ਦੇਖ ਹੁਆਏ, ਸੋ ਭੇਟ ਚੜਾਵੇ, ਵੇਦ ਕੀ ਰੀਤ ਕੋ ਤਿਆਗ ਕਰੇ, ਨਾ ਕਿਰਿਆ ਮਾਨ ਸੋ ਸਿੱਖ ਸੜਾਵੇ। ਮੁਕਤਨਾਮਾ ਭਾਈ ਸਾਹਿਬ ਸਿੰਘ। ਮ੍ਰਿਤਕ ਪ੍ਰਾਣੀ ਦੇ ਨਿਮਿਤ ਸਹਿਜ ਪਾਠ ਕਰਾਉਣਾ ਹੋਵੇ ਤਾਂ ਉਸੇ ਦਿਨ ਪ੍ਰਾਰੰਭ ਕੀਤਾ ਜਾਵੇ, ਅਤੇ ਜੇਕਰ ਅਖੰਡ ਪਾਠ ਵੀ ਕਰਾਉਣਾ ਹੋਵੇ ਤਾਂ 8ਵੇਂ ਦਿਨ ਪ੍ਰਾਰੰਭ ਕਰਕੇ ਸਹਿਜ ਪਾਠ ਜਾਂ ਅਖੰਡ ਪਾਠ ਦਾ ਭੋਗ 10ਵੇਂ ਦਿਨ ਹੀ ਪਾਇਆ ਜਾਵੇ। ਤੇਰੀਆਂ ਜਾਂ ਸਤਾਰੀਆਂ ਨਹੀਂ ਕਰਨਾ। ਸ਼ੂਦਰ 40, ਵੈਸ਼ 17, ਖੱਤਰੀ 13, ਬ੍ਰਾਹਮਣ 12 ਕਰਦੇ ਹਨ, ਪਰ ਖਾਲਸਾ ਸ਼੍ਰੋਮਣੀ ਹੈ, ਇਸ ਲਈ ਦੁਸ਼ਹਿਰਾ ਹੀ ਕਰਨਾ ਗੁਰੂ ਕੀ ਆਗਿਆ ਹੈ। ਮਾਈਆਂ ਨੇ ਰੋਣਾ ਪਿੱਟਣਾ ਜਾਂ ਸਿਆਪਾ ਨਹੀਂ ਕਰਨਾ, ਭਾਣਾ ਮੰਨਣਾ ਹੈ। ਪਾਠ ਕੋਲ ਬੈਠ ਕੇ ਪਰਿਵਾਰ ਨੇ ਸੁਣਨਾ। ਗ੍ਰੰਥੀ ਸਿੰਘ ਦੀ ਸੇਵਾ ਚੰਗੀ ਤਰ੍ਹਾਂ ਕਰਨੀ। ਭੋਗ ਸਮੇਂ ਸੋਹਣੇ ਬਸਤਰ ਤੇ ਮਾਇਆ ਭੇਟ ਕਰਨੀ ਹੈ। ਜਿੱਥੇ ਮ੍ਰਿਤਕ ਨੇ ਸਰੀਰ ਛੱਡਿਆ ਹੋਵੇ ਉਥੇ ਹਰ ਰੋਜ਼ ਹੀ ਪਾਠ, ਸਵੇਰੇ ਸੈਸਕ੍ਰਿਤੀ ਦੇ ਸਲੋਕ ਤੇ ਸ਼ਾਮ ਨੂੰ ਜੈਤਸਰੀ ਦੀ ਵਾਰ ਦੇ 2 ਸਲੋਕਾਂ ਦੀ ਕਥਾ ਕਰਨੀ ਚਾਹੀਦੀ ਹੈ, ਜਿਸ ਕਰਕੇ ਪ੍ਰਾਣੀ ਨੂੰ ਸੱਚਖੰਡ ਵਿਖੇ ਨਿਵਾਸ ਮਿਲਦਾ ਹੈ। ਜੇਕਰ ਕਥਾਵਾਚਕ ਨਾ ਹੋਵੇ ਤਾਂ ਜੈਤਸਰੀ ਦੀ ਵਾਰ ਤੇ ਸੈਸਕ੍ਰਿਤੀ ਦਾ ਪਾਠ ਕਰਨਾ ਚਾਹੀਦਾ ਹੈ। ਅੰਮ੍ਰਿਤ ਵੇਲੇ ਆਸਾ ਦੀ ਵਾਰ ਤੇ ਸ਼ਾਮ ਨੂੰ ਵੈਰਾਗਮਈ ਸ਼ਬਦਾਂ ਦਾ ਕੀਰਤਨ ਕੀਤਾ ਜਾਵੇ। ਉੱਥੇ ਹਰ ਰੋਜ਼ ਰਹਿ ਰਾਸ ਤੇ ਕੀਰਤਨ ਸੋਹਿਲੇ ਦਾ ਪਾਠ ਜ਼ਰੂਰ ਹੋਵੇ। ਭਗਤ ਰਤਨਾਵਲੀ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਜਦੋਂ ਸਿੱਖਾਂ ਨੇ 5ਵੇਂ ਪਾਤਸ਼ਾਹ ਜੀ ਪਾਸੋਂ ਮ੍ਰਿਤਕ ਦੇ ਭੋਗ ਸੰਬੰਧੀ ਪੁੱਛਿਆ ਤਾਂ ਹਜ਼ੂਰ ਨੇ ਜੋ ਫਰਮਾਇਆ ਉਹ ਇਸ ਪ੍ਰਕਾਰ ਹੈ। ਸੱਚੇ ਪਾਤਸ਼ਾਹ, ਅੱਗੇ ਜੇ ਕੋਈ ਹੁਕਮ ਸੱਤ ਹੁੰਦਾ ਸੀ ਤਾਂ ਅਸੀਂ ਪੰਡਤਾਂ ਨੂੰ ਬੁਲਾਏ ਕੇ ਗਰੁੜ ਪੁਰਾਣ ਵਚਵਾਉਂਦੇ ਸਾਂ ਤੇ 10 ਗਾਤਰ ਕਰਾਉਂਦੇ ਸਾਂ, ਤੇ ਹੁਣ ਪੰਡਤ ਨਹੀਂ ਆਉਂਦੇ। ਕਹਿੰਦੇ ਹਨ ਜੇ ਧਾਗਾ ਤੇ ਲੰਗੋਟ ਰੱਖੋ ਤੇ 10 ਗਾਤਰ ਕਰੋ ਤਾਂ ਅਸੀਂ ਆਵਨੇ ਹਾਂ। ਜਿਵੇਂ ਹੁਕਮ ਹੋਵੇ ਤਿਵੇਂ ਕੀਚੈ। ਵਚਨ ਤੇ ਦਸਖਤ ਹੋਏ। ਤੁਸਾਂ ਸਿਦਕ ਦੇ ਤਕੜੇ ਰਹਿਣਾ,
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਵਾਉਣਾ ਤੇ ਪੰਜਵੇਂ ਪਾਤਸ਼ਾਹ ਜੀ ਦੇ ਸੰਸਕ੍ਰਿਤੀ ਸ਼ਲੋਕਾਂ ਦੀ ਕਥਾ ਸਿੱਖਾਂ ਥੀ ਸੁਣਨੀ, ਪ੍ਰਾਣੀ ਦਾ ਵੀ ਸੱਚਖੰਡ ਵਿੱਚ ਵਾਸਾ ਹੋਵੇਗਾ ਤੇ ਤੁਸਾਂ ਨੂੰ ਵੀ ਗਿਆਨ ਪ੍ਰਾਪਤ ਹੋਵੇਗਾ। ਸਿਦਕ ਜਿਹਾ ਤੇ ਨਾਮ ਜਿਹਾ ਪਦਾਰਥ ਕੋਈ ਨਹੀਂ। ਅੰਤਮ ਸਮੇਂ ਭਾਈ ਗੁਰਦਾਸ ਜੀ ਨੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਜੀ, ਚੜ੍ਹਾਈ ਕਰਨ ਤੋਂ ਬਾਅਦ ਮੈਨੂੰ ਮੱਟੀਆਂ ਵਿੱਚ ਨਾ ਪਾਇਓ, ਮੇਰੀ ਰੱਖਿਆ ਕਰੋ। ਤਾਂ ਹਜੂਰ ਨੇ ਭਾਈ ਸਾਹਿਬ ਦਾ ਸੰਸਕਾਰ ਕਰਨ ਤੋਂ ਬਾਅਦ ਉਹਨਾਂ ਦੀ ਰਾਖ ਆਦਿ ਨੂੰ ਬਿਆਸਾ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੱਤਾ। ਕਲਗੀਧਰ ਪਿਤਾ ਜੀ ਨੇ ਖਾਲਸੇ ਵਾਸਤੇ ਸਦਾ ਲਈ ਇਹ ਪੱਕੀ ਮਰਿਆਦਾ ਕਾਇਮ ਕਰ ਦਿੱਤੀ ਹੈ ਕਿ ਮ੍ਰਿਤਕ ਦੀ ਚਿਖਾ ਨਹੀਂ ਫੋਲਣੀ, ਕੱਚੇ ਧਾਗੇ ਨਹੀਂ ਬੰਨਣੇ, ਕਿੱਲੀਆਂ ਗੱਡ ਕੇ ਚੌਥਾ ਆਦ ਨਹੀਂ ਕਰਨਾ, ਫੁੱਲ ਨਹੀਂ ਚੁਗਣੇ, ਸਮੇਤ ਅਸਥੀਆਂ ਸਾਰੀ ਰਾਖ ਇਕੱਠੀ ਕਰਕੇ ਕੀਰਤਪੁਰ ਸਾਹਿਬ ਜਾਂ ਗੋਇੰਦਵਾਲ ਸਾਹਿਬ ਦਰਿਆ ਭੇਟ ਕਰਨੀ। ਜੇਕਰ ਇਸ ਤਰ੍ਹਾਂ ਨਾ ਹੋ ਸਕੇ ਤਾਂ ਲਾਗੇ ਕਿਸੇ ਦਰਿਆ ਜਾਂ ਨਹਿਰ ਵਿੱਚ ਪ੍ਰਵਾਹ ਕਰ ਦੇਣੀਆਂ ਚਾਹੀਦੀਆਂ ਹਨ। ਕਈ ਗੰਗਾ ਲਿਜਾ ਕੇ ਫੁੱਲ ਪਾਉਂਦੇ ਹਨ, ਪਰ ਇਹ ਸਾਰੀਆਂ ਸੰਸਾਰਕ ਰੀਤੀਆਂ ਹਨ। ਖਾਲਸਾ ਇਹਨਾਂ ਰਸਮਾਂ ਤੋਂ ਉੱਚਾ ਹੈ। ਹਜੂਰ ਫਰਮਾਉਂਦੇ ਹਨ, ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾ, ਦੁਨੀਆ ਦੇ ਅਦਮ ਨੀਚ ਆਦਮੀ ਗਤੀਆਂ ਕਰਾਉਂਦੇ ਅਤੇ ਮਦਮ ਗੰਗਾ ਆਦ ਵਿੱਚ ਫੁੱਲ ਪਾਉਂਦੇ ਹਨ, ਪਰ ਖਾਲਸਾ ਪੰਥ ਉੱਤਮ ਹੋਣ ਕਰਕੇ ਇਹਨਾਂ ਰੀਤੀਆਂ ਤੋਂ ਪਰੇ ਹੈ। ਪਿੰਡ ਪੱਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੇ, ਪਰ ਕਈ ਮਨਮਤੀਏ ਲੋਕ ਸਮਝ ਦੀ ਘਾਟ ਹੋਣ ਕਰਕੇ ਇਸ ਪੰਕਤੀ ਦੇ ਗਲਤ ਅਰਥ ਕੱਢਦੇ ਹਨ। ਉਹ ਕਹਿੰਦੇ ਹਨ ਕਿ ਹਰ ਸਰ ਨਾਮ ਗੰਗਾ ਦਾ ਹੈ, ਪਰ ਅਸਲ ਵਿੱਚ ਹਰ ਨਾਮ ਹਰੀ ਦਾ ਹੈ। ਹਰ ਸਰ ਇਕੱਠਾ ਨਾਮ ਗੰਗਾ ਦਾ ਵੇਦਾਂ ਜਾਂ ਕੋਸ਼ਾਂ ਵਿੱਚ ਕਿਤੇ ਵੀ ਨਹੀਂ ਆਇਆ। ਹਰ ਨਾਮ ਪਰਮੇਸ਼ਰ ਦਾ ਹੈ ਅਤੇ ਖਾਲਸੇ ਦਾ ਸੰਬੰਧ ਕੇਵਲ ਵਾਹਿਗੁਰੂ ਦੇ ਨਾਲ ਹੀ ਹੈ ਅਤੇ ਹਰ ਸਿੰਘ ਦਾ ਨਿਸ਼ਾਨਾ ਉਸ ਵਾਹਿਗੁਰੂ ਭਾਵ ਹਰ ਵਿੱਚ ਅਭੇਦ ਹੁੰਦਾ ਹੈ। ਹਰ ਸਰ ਵਸੈ ਹਉ ਮੈਂ ਮਾਰ, ਹਰ ਸਰ ਸੰਗਤ ਦਾ ਨਾਮ ਹੈ। ਉਹਨਾਂ ਦਾ ਇਹਨਾਂ ਗੱਲਾਂ ਉੱਤੇ ਬਿਲਕੁਲ ਵੀ ਵਿਸ਼ਵਾਸ ਨਹੀਂ, ਕਿਉਂਕਿ ਗੁਰਬਾਣੀ ਦਾ ਕਥਨ ਹੈ, ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾ, ਨਾਰਾਇਣ ਸੋ ਪ੍ਰਸੰਨ ਹੋਏ ਤਾ ਸੇਵਕ ਨਾਮਾ। ਪਰਮੇਸ਼ਰ ਦੇ ਸੇਵਕ ਬਣ ਕੇ ਰਹਿਣਾ ਚਾਹੀਦਾ ਹੈ। ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਪੀਰ ਫਕੀਰ ਆਦਿ ਤੇ ਨਿਸ਼ਚਾ ਨਹੀਂ ਕਰਨਾ। ਸਤਿਗੁਰਾਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਤੇ ਗੁਰਮਤਿ ਮਰਿਆਦਾ ਅਨੁਸਾਰ ਇਸ ਸੰਸਾਰ ਵਿੱਚ ਵਿਚਰ ਕੇ ਜੰਮਣ ਮਰਨ ਤੋਂ ਰਹਿਤ ਹੋਣਾ ਹੈ। ਸੰਸਾਰੀ ਜੀਵਾਂ ਦੇ ਕਲਿਆਣ ਵਾਸਤੇ ਆਪ ਅਕਾਲ ਪੁਰਖ ਨੇ ਜੋਤ ਤੇ ਜੁਗਤ ਨੂੰ ਇਕੱਠਿਆਂ ਕਰਕੇ ਆਪਣੇ 10 ਸਰਗੁਣ ਸਰੂਪ ਪ੍ਰਗਟ ਕੀਤੇ। ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। 10ਵੇਂ ਸਰੂਪ ਵਿੱਚ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਤੇ ਜੁਗਤ ਪੰਜਾਂ ਪਿਆਰਿਆਂ ਦੇ ਹੱਥ ਰੱਖ ਕੇ ਕੁਝ ਵਿਸ਼ੇਸ਼ ਰਹਿਤ ਮਰਿਆਦਾ ਪਰਪੱਖ ਕੀਤੀ। ਇਸ ਮਰਿਆਦਾ ਨੂੰ 5 ਹਿੱਸਿਆਂ ਵਿੱਚ ਵੰਡਿਆ, ਜਿਨ੍ਹਾਂ ਨੂੰ ਸੰਸਕਾਰ ਕਿਹਾ ਜਾਂਦਾ ਹੈ। ਇਸ ਵਾਸਤੇ ਹਰੇਕ ਗੁਰਸਿੱਖ ਲਈ ਇਹ ਜ਼ਰੂਰੀ ਹੈ ਕਿ ਉਹ 5 ਸੰਸਕਾਰ ਗੁਰਮਤਿ ਅਨੁਸਾਰ ਕਰੇ। ਸਤਿਗੁਰੂ ਦੇ ਹੁਕਮ ਅਨੁਸਾਰ ਗੁਰਸਿੱਖ ਮੇਤ ਚੱਲੋ ਗੁਰ ਚਾਲੀ ਵਾਲਾ ਰਾਹ ਅਪਣਾਉਣਾ ਹਰ ਗੁਰਸਿੱਖ ਪ੍ਰਾਣੀ ਦਾ ਫਰਜ਼ ਬਣ ਜਾਂਦਾ ਹੈ। ਸੋ ਗੁਰੂ ਪਿਆਰੇ ਸਾਧ ਸੰਗਤ ਜੀ, ਇਹ ਪ੍ਰਸੰਗ ਅੱਜ ਇੱਥੇ ਹੀ ਖਤਮ। ਕੱਲ ਵਿਚਾਰ ਕਰਾਂਗੇ ਗੁਰਬਾਣੀ ਦਾ ਅਦਬ ਕਿਵੇਂ ਕਰਨਾ ਹੈ। ਅੱਜ ਲਈ ਸਿਰਫ ਇੰਨਾ ਹੀ। ਦਿਓ ਆਗਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जिसका किया तिल ही दिया, हुआ तिसै